ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਵੈਲਕਮ। ਧੰਨਵਾਦ ਜੀ ਤੁਹਾਡਾ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੁਹਾਡੀ ਇਸ ਲਈ ਮਿਹਰਬਾਨੀ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕਰਾਇਆ। ਧੰਨਵਾਦ ਅਗੇਨ ਦੁਬਾਰਾ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਅੱਜ ਸਾਡਾ ਵਿਸ਼ਾ ਜੋ ਅਫਗਾਨਿਸਤਾਨ ਦੇ ਕਾਬਲ ਦੇ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਵਿੱਚ ਜੋ ਅਟੈਕ ਹੋਇਆ, ਉਸ ਵਿਸ਼ੇ ਤੇ ਅਸੀਂ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਾਰਨ ਜਿੰਨੀ ਹੁਣ ਤੱਕ ਇਨਫੋਰਮੇਸ਼ਨ ਬਾਹਰ ਨਿਕਲ ਕੇ ਆਈ ਹੈ, ਕੋਈ ਠੋਸ ਹਜੇ ਤੱਕ ਕੋਈ ਗੱਲ ਬਾਹਰ ਨਹੀਂ ਨਿਕਲ ਕੇ ਆ ਰਹੀ ਕਿ ਕਿਹੜੇ ਕਾਰਨ ਨੇ, ਕਿਹੜੇ ਉਹ ਸੰਗਠਨ ਨੇ, ਕੁਛ ਕਲੀਅਰ ਨਹੀਂ ਹੈਗਾ ਹਲੇ। ਫਿਲਹਾਲ ਇੱਕ ਫਾਰਮਲ ਇਨਫੋਰਮੇਸ਼ਨ ਹੈ, ਉਸ ਇਨਫੋਰਮੇਸ਼ਨ ਤੇ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਆਪਣੇ ਇੱਧਰ ਵੀ ਕੀ ਪ੍ਰਭਾਵ ਪੈ ਸਕਦਾ ਉਹ ਇਹਨਾਂ ਹਮਲਿਆਂ ਦਾ। ਧਾਲੀਵਾਲ ਸਾਹਿਬ, ਜੋ ਕੁਛ ਵਾਪਰਿਆ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਵਿੱਚ ਅਟੈਕ ਹੋਇਆ, ਉੱਥੇ ਜੋ ਕੁਛ ਇਨਫੋਰਮੇਸ਼ਨ ਬਾਹਰ ਆਈ, ਕੀ ਵਿਚਾਰ ਰੱਖਦੇ ਹੋ ਸਾਰੀ ਇਨਫੋਰਮੇਸ਼ਨ ਤੇ? ਇਸ ਨੂੰ ਜੇ ਆਪਾਂ ਦੋ ਭਾਗਾਂ ਵਿੱਚ ਵੰਡ ਲਈਏ, ਇੱਕ ਤਾਂ ਕਿ ਇਹ ਘਟਨਾ ਹੋਈ, ਇੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਿਉਂ ਹੁੰਦੀਆਂ ਨੇ ਜੀ, ਕਿਉਂਕਿ ਹਾਲੇ ਆਪਣੇ ਕੋਲ ਇਹ ਠੋਸ ਕਾਰਵਾਈ ਨਹੀਂ ਸਾਹਮਣੇ ਆਈ ਕਿ ਇਹ ਘਟਨਾ ਕਿਉਂ ਹੋਈ ਹੈ। ਨਾ ਹੀ ਕਿਸੇ ਸੰਗਠਨ ਨੇ ਹਾਲੇ ਤੱਕ ਆਪਾਂ ਨੂੰ ਜਾਣਕਾਰੀ 'ਚ ਹੈ ਕਿ ਕਿਸੇ ਨੇ ਜ਼ਿੰਮੇਵਾਰੀ ਲਈ, ਨਾ ਹੀ ਆਪਾਂ ਨੂੰ ਜਾਂ ਕੋਈ ਸੰਗਠਨ ਜ਼ਿੰਮੇਵਾਰੀ ਲੈ ਲਵੇ ਫਿਰ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਸੰਗਠਨ ਦੀ ਬੈਕਗਰਾਊਂਡ ਕੀ ਹੈ, ਫਿਰ ਉਹਦੇ ਮੁਤਾਬਕ ਆਪਾਂ ਕਿਸੇ ਅੰਦਾਜ਼ੇ 'ਤੇ ਅੱਪੜ ਸਕਦੇ ਹਾਂ। ਸੋ ਇਸ ਕਰਕੇ ਨਾ ਹੀ ਅਫਗਾਨਿਸਤਾਨ ਦੀ ਸਰਕਾਰ ਵੱਲੋਂ ਜੀ ਇਹ ਕੋਈ ਕਲੈਰਿਟੀ ਆਈ ਹੈ ਕਿ ਇਹ ਕਿਸ ਸੰਗਠਨ ਦੀ ਕਾਰਵਾਈ ਹੈ, ਨਾ ਹੀ ਅਜੇ ਕੋਈ ਦੋਸ਼ੀ ਪਕੜੇ ਗਏ ਨੇ ਜਾਂ ਕੋਈ ਸੰਕੇਤ ਮਿਲੇ ਹੋਣ ਇਸ ਦੇ ਵਿੱਚ ਕੌਣ ਦੋਸ਼ੀ ਹੈ। ਇੱਕ ਇਹ ਕਿ ਇਸ ਦੇ ਪ੍ਰਭਾਵ ਕੀ ਨੇ, ਇਹਨੂੰ ਦੋ ਭਾਗਾਂ 'ਚ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਗੱਲ, ਇਹ ਜਿਹੜੀ ਘਟਨਾ ਹੈ ਇਹ ਫਿਰਕੂ ਫਸਾਦ ਨਾਲ ਜੁੜੀ ਹੈ। ਆਮ ਲੋਕ, ਸਿਆਣੀ ਸੋਚ ਦੇ ਸਾਰੇ ਲੋਕ ਇਸ ਘਟਨਾ ਦੀ ਨਿੰਦਾ ਕਰਦੇ ਨੇ ਤੇ ਆਪਾਂ ਵੀ ਇਸ ਦੀ ਨਿੰਦਾ ਕਰਦੇ ਹਾਂ, ਇਹਨੂੰ ਬੁਰੀ ਘਟਨਾ ਸਮਝਦੇ ਹਾਂ। ਹੁਣ ਆਪਾਂ ਆਈਏ ਗੱਲ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਕਿਉਂ ਨੇ। ਨਾਰਮਲੀ ਕੀ ਹੈ ਕਿ ਰਾਜਨੀਤੀ ਵਿੱਚ ਦੋ ਤਰ੍ਹਾਂ ਦੇ ਸੰਗਠਨ ਜਿਹੜੇ ਕੰਮ ਕਰਦੇ ਨੇ, ਜਾਂ ਤੇ ਰਾਜਨੀਤਿਕ ਸੰਗਠਨ ਜਿਹੜੇ ਸੰਵਿਧਾਨ ਦੀ ਲੋਅ ਦੇ ਵਿੱਚ ਸ਼ਾਂਤਮਈ ਤਬਦੀਲੀਆਂ ਚਾਹੁੰਦੇ ਨੇ, ਉਹ ਵੀ ਇਸ ਤਰ੍ਹਾਂ ਦਾ ਸਹਾਰਾ ਲੈਂਦੇ ਨੇ। ਇੱਕ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਪੋਜੀਸ਼ਨ 'ਚ ਕੁਝ ਨਾ ਕੁਝ ਕਾਰਨ ਕਰਕੇ ਸਮੇਂ ਦੀ ਸਰਕਾਰ ਦਾ ਜਿਹੜਾ ਸੰਵਿਧਾਨ ਹੈ ਜਾਂ ਕਿਸੇ ਨੇਸ਼ਨ ਦਾ, ਕਿਸੇ ਕੌਮ ਦਾ, ਕਿਸੇ ਦੇਸ਼ ਦਾ ਸੰਵਿਧਾਨ ਹੈ, ਉਹ ਤੋਂ ਬਾਗੀ ਜਾਂ ਆਕੀ ਹੋ ਕੇ ਉਹਦੇ ਵਿਰੁੱਧ ਇੱਕ ਜਿਹੜਾ ਵਾਇਲੈਂਟ ਹਿੰਸਾਤਮਕ ਅੰਦੋਲਨ ਦੇ ਰੂਪ ਵਿੱਚ ਅੱਗੇ ਵੱਧਦੇ ਨੇ। ਉਹ ਜਿਹੜਾ ਵੀ ਹਿੰਸਾਤਮਕ ਅੰਦੋਲਨ ਜਾਂ ਅਹਿੰਸਾਤਮਕ ਅੰਦੋਲਨ, ਜਦੋਂ ਵੀ ਅੰਦੋਲਨ ਚਲਾਉਣਾ ਹੈ ਕਿਸੇ ਸਰਕਾਰ ਦੇ ਖਿਲਾਫ, ਉਹਦੇ ਵਿੱਚ ਇਹ ਜ਼ਰੂਰੀ ਹੈ ਕਿ ਅੰਦੋਲਨ ਦੀ ਸਫਲਤਾ ਲਈ ਉੱਥੋਂ ਦੀ ਜਿਹੜੀ ਆਮ ਜਨਤਾ ਹੈ ਉਹਦੇ ਵਿੱਚੋਂ ਵੱਡੀ ਗਿਣਤੀ ਦਾ ਜਾਂ ਵੱਡੇ ਹਿੱਸੇ ਦਾ ਸਮਰਥਨ ਹੈ ਜਿਹੜਾ, ਜੇ ਤਾਂ ਉਸ ਸੰਗਠਨ ਨੂੰ ਮਿਲਦਾ ਹੈ ਤਾਂ ਉਹਦੀ ਸੰਭਾਵਨਾ ਰਹਿੰਦੀ ਹੈ ਕਿ ਉਹ ਕਾਮਯਾਬ ਹੋਏਗਾ। ਜੇਕਰ ਉਹਨੂੰ ਵੱਡੇ ਹਿੱਸੇ ਦਾ ਸਮਰਥਨ ਨਹੀਂ ਮਿਲਦਾ ਫਿਰ ਇਹ ਗੱਲ ਮੁਸ਼ਕਿਲ ਹੋ ਜਾਂਦੀ ਹੈ। ਫਿਰ ਇਹ ਲੱਗਦਾ ਕਿ ਇਹ ਅੰਦੋਲਨ ਕੁਚਲਿਆ ਜਾਏਗਾ। ਜਿਹੜਾ ਸਾਡਾ ਆਹ ਖਿੱਤਾ ਹੈ ਏਸ਼ੀਆ ਵਾਲਾ, ਇਸ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਜਿਹੜੇ ਰਹਿੰਦੇ ਨੇ, ਔਰ ਉਹ ਧਰਮ ਨੂੰ ਹਮੇਸ਼ਾ ਕਿਹਾ ਭਾਵੇਂ ਇਹ ਜਾਂਦਾ ਹੈ ਕਿ ਧਰਮ ਰਾਜਨੀਤੀ ਤੋਂ ਉੱਤੇ ਹੈ, ਪਰ ਰਾਜਨੀਤੀ ਨੂੰ ਉੱਤੇ ਲਿਜਾ ਕੇ ਧਰਮ ਨੂੰ ਰਾਜਨੀਤੀ ਦੇ ਹੱਕ ਵਿੱਚ ਵਰਤਦੇ ਨੇ। ਇਹ ਸਾਰਾ ਕੁਝ ਸਾਡੇ ਮੁਲਕ 'ਚ ਵੀ ਹੋ ਰਿਹਾ ਹੈ, ਪਹਿਲਾਂ ਵੀ ਹੋ ਰਿਹਾ ਸੀ। ਜੇ ਅਸੀਂ ਕਹੀਏ ਪਹਿਲਾਂ ਦੀਆਂ ਸਰਕਾਰਾਂ ਨੇ ਇੱਦਾਂ ਨਹੀਂ ਕੀਤਾ, ਡਿਗਰੀ ਦਾ ਫਰਕ ਹੋ ਸਕਦਾ ਹੈ ਕਿ ਉਹਨਾਂ ਨੇ ਹੋ ਸਕਦਾ ਧਰਮ ਨੂੰ ਘੱਟ ਵਰਤਿਆ ਹੋਵੇ, ਹੁਣ ਵਾਲੀ ਸਰਕਾਰ ਧਰਮ ਨੂੰ ਵੱਧ ਵਰਤ ਰਹੀ ਹੋਵੇ, ਇਹ ਤਾਂ ਹੋ ਸਕਦਾ ਹੈ। ਪਰੰਤੂ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਨੇ ਧਰਮ ਨੂੰ ਆਪਦੇ ਹੱਕ 'ਚ ਵਰਤਣ ਲਈ ਤਰ੍ਹਾਂ ਤਰ੍ਹਾਂ ਦੇ ਹਰਬੇ ਛੜਯੰਤਰ ਰਚੇ ਨੇ। ਇਸ ਤਰ੍ਹਾਂ ਦੇ ਚਾਹੇ ਉਹ ਮਿਲੀਟੈਂਟ ਜਿਹੜੇ ਗਰੁੱਪ ਹੋਣ, ਚਾਹੇ ਉਹ ਪੰਜਾਬ 'ਚ ਲਾ ਲਓ, ਜਦੋਂ ਖੜਕੂਬਾਦ ਲਹਿਰ ਪੈਦਾ ਹੋਈ ਤਾਂ ਉਹਨਾਂ ਨੇ ਸਿੱਖ ਸਿਧਾਂਤਾਂ ਦੇ ਨਾਲ ਜੋੜ ਕੇ ਰਾਜਨੀਤਿਕ ਲਹਿਰ ਡਿਵੈਲਪ ਕੀਤੀ। ਉਹਦੇ ਨਾਲ ਕਿਸੇ ਹੱਦ ਤੱਕ ਇੱਕ ਟਾਈਮ ਤੱਕ ਸਮਰਥਨ ਲੋਕਾਂ ਦਾ ਮਿਲਦਾ ਰਿਹਾ। ਜਦੋਂ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ ਲੋਕਾਂ ਦਾ ਸਮਰਥਨ ਬੰਦ ਕਰਤਾ, ਉਹਦੇ ਦੋ ਕਾਰਨ ਹੋ ਸਕਦੇ ਨੇ।
ਜਿਹੜੇ ਉਹ ਗਰੁੱਪ ਸੀ ਉਹ ਇਸ ਨੂੰ ਕਹਿੰਦੇ ਨੇ ਕਿ ਸਰਕਾਰ ਨੇ ਆਪਣੀਆਂ ਕੂਟਨੀਤੀਆਂ ਨਾਲ ਉਹਨਾਂ ਵਿੱਚ ਆਪਣੇ ਕੈਟ ਦਾਖਲ ਕਰਵਾ ਕੇ ਉਹਨਾਂ ਤੋਂ ਮਾੜੇ ਐਕਸ਼ਨ ਕਰਵਾ ਕੇ ਸਾਨੂੰ ਬਦਨਾਮ ਕੀਤਾ। ਪਰ ਸਰਕਾਰ ਇਹ ਕਹਿੰਦੀ ਹੈ ਕਿ ਉਸ ਸੰਗਠਨਾਂ ਵੱਲੋਂ ਇੱਦਾਂ ਦੇ ਐਕਸ਼ਨ ਕੀਤੇ ਗਏ ਜਿਹਦੇ ਕਰਕੇ ਜਨਤਾ ਹੌਲੀ ਹੌਲੀ ਪਿੱਛੇ ਹਟ ਗਈ। ਇਹ ਗੱਲ ਉਦਾਹਰਨ ਮੈਂ ਤਾਂ ਲੈਣਾ, ਆਪਣੀ ਕੰਟਰੀ ਦੇ ਆਪਣੇ ਮੁਲਕ ਦੇ ਵਿੱਚ ਇੱਦਾਂ ਹੋਇਆ। ਇਸ ਤਰ੍ਹਾਂ ਹੀ ਪਾਕਿਸਤਾਨ ਜਾਂ ਅਫਗਾਨਿਸਤਾਨ ਜਾਂ ਈਰਾਨ ਜਿਹੜੇ ਇਹ ਮੁਲਕ ਨੇ ਜਿਹੜੇ ਮੁਸਲਿਮ ਧਰਮ ਦੇ ਪੈਰੋਕਾਰ ਨੇ ਤੇ ਸੰਵਿਧਾਨਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਮੁਲਕ ਸੈਕੂਲਰ ਨਹੀਂ ਹੈਗੇ। ਇਹ ਰਾਜ ਸਰਕਾਰ ਦੇ ਵਿੱਚ ਇੱਕ ਵਿਸ਼ੇਸ਼ ਧਰਮ ਨੂੰ ਵਿਸ਼ੇਸ਼ ਥਾਂ ਦੇ ਕੇ ਚੱਲਦੇ ਨੇ। ਅਸੀਂ ਤਾਂ ਕਹਿੰਦੇ ਹਾਂ ਨਾ ਕਿ ਸਾਡਾ ਮੁਲਕ ਤਾਂ ਸੈਕੂਲਰ ਹੈ, ਸਾਡੇ ਸੰਵਿਧਾਨ ਦੇ ਵਿੱਚ ਕਿਸੇ ਧਰਮ ਦੀ ਉਹ ਪੋਜੀਸ਼ਨ ਨਹੀਂ ਹੈ, ਸਾਰੇ ਧਰਮ ਬਰਾਬਰ ਨੇ। ਪਰੰਤੂ ਇਹ ਮੁਲਕ ਨੇ ਜਿਹੜੇ, ਇਹਨਾਂ ਮੁਲਕਾਂ ਦੇ ਵਿੱਚ ਇਸਲਾਮ ਧਰਮ ਨੂੰ ਇੱਕ ਵਿਸ਼ੇਸ਼ ਸਥਾਨ ਮਿਲਿਆ ਹੋਇਆ ਹੈ। ਹੁਣ ਕੀ ਹੈ ਕਿ ਜਦੋਂ ਇਸਲਾਮ ਦੇ ਵਿੱਚ ਕੋਈ ਰਾਜਨੀਤਿਕ ਸੰਗਠਨ ਜਿਹੜਾ ਰਾਜਨੀਤੀ ਤੇ ਕਾਬਜ ਹੈ ਉਹਨੂੰ ਬੇਦਖਲ ਕਰਨ ਲਈ, ਉਹਨੂੰ ਹਟਾਉਣ ਲਈ ਇੱਕ ਹੋਰ ਗਰੁੱਪ ਜਾਂ ਫਿਰਕਾ ਉਸ ਤੇ ਆਉਂਦਾ ਹੈ, ਤਾਂ ਉਹਦੇ ਵਿੱਚ ਬਹੁਤ ਸਾਰੀ ਜਿਹੜੀ ਆਪਾਂ ਦੇਖਣ ਚਾਹੀਏ ਪਿੱਛੇ ਇੱਕ ਰੂੜੀਵਾਦੀ ਤਾਕਤਾਂ ਨੇ ਜਿਹੜੀਆਂ ਧਾਰਮਿਕ ਕੱਟੜਤਾ ਤੇ ਧਾਰਮਿਕ ਧਰਮ ਦੀਆਂ ਪੁਰਾਣੀਆਂ ਰੋਹ ਰੀਤਾਂ ਦੇ ਅਨੁਸਾਰ ਚਲਾਉਣਾ ਚਾਹੁੰਦੀ ਹੈ ਰਾਜ ਨੂੰ। ਤੇ ਰਾਜ ਨੂੰ ਚਲਾਉਣਾ ਚਾਹੁੰਦੀ ਦਾ ਮਤਲਬ ਇਹ ਨਹੀਂ ਕਿ ਉਹ ਉੱਦਾਂ ਚਲਾਊਗੀ, ਪਰੰਤੂ ਉਹਦਾ ਸਹਾਰਾ ਲੈ ਕੇ ਲੋਕਾਂ ਨੂੰ ਭੁਲੇਖਾ ਪਾਉਣਾ ਚਾਹੁੰਦੀ ਹੈ ਕਿ ਦੇਖੋ ਜੀ ਅਸੀਂ ਸ਼ਰੀਅਤ ਮੁਤਾਬਕ ਰਾਜ ਚਲਾਵਾਂਗੇ। ਹਾਲਾਂਕਿ ਜੇ ਉਹਦੇ ਮੁਤਾਬਕ ਚੱਲਦਾ ਹੋਵੇ ਤਾਂ ਕਿਤੇ ਨਾ ਕਿਤੇ ਸ਼ਾਂਤੀ ਹੋਵੇ। ਉਹ ਸ਼ਾਂਤੀ ਕਿਉਂ ਨਹੀਂ ਹੁੰਦੀ ਕਿ ਰਾਜਨੀਤਿਕ ਲੋਕਾਂ ਦਾ ਖਾਣ ਦੇ ਜਿਹੜੇ ਦੰਦ ਹੋਰ ਨੇ, ਦਿਖਾਉਣ ਦੇ ਹੋਰ ਨੇ। ਜਦੋਂ ਤਾਂ ਲੋਕਾਂ ਦੀ ਹਮਦਰਦੀ ਲੈਣੀ ਹੁੰਦੀ ਹੈ ਉਦੋਂ ਉਹ ਲੋਕ ਲੁਭਾਵੇਂ ਨਾਅਰੇ ਲਾਉਂਦੇ ਨੇ, ਜਿਹੜੀਆਂ ਉਹ ਨਾਅਰੇ ਜਿਹੜੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹਿਲਾ ਕੇ ਫੁਸਲਾ ਕੇ ਉਹਨਾਂ ਦਾ ਸਮਰਥਨ ਲੈ ਲੈਂਦੇ ਨੇ। ਪਰੰਤੂ ਆਖਰਕਾਰ ਕੀ ਹੈ, ਜਿਵੇਂ ਸਾਡੇ ਮੁਲਕ 'ਚ ਕਰਪਸ਼ਨ ਹੈ ਉੱਥੇ ਵੀ ਕਰਪਸ਼ਨ ਆ ਜਾਂਦੀ ਹੈ। ਗੱਲ ਸਾਰੀ ਉੱਥੇ ਆ ਕੇ ਰੁਕ ਜਾਂਦੀ ਹੈ ਕਿ ਲੋਕਾਂ ਦੇ ਵਿਕਾਸ ਦੀ ਬਜਾਏ ਸਾਰਾ ਕੁਛ ਰਾਜਨੀਤਿਕ ਲੋਕ ਆਪਣਾ ਢਿੱਡ ਭਰਨ ਲੱਗ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਆਰਥਿਕ ਤਾਕਤ ਦੇ ਨਾਲ ਅਸੀਂ ਬਾਕੀ ਰਾਜਨੀਤਿਕ ਤਾਕਤ ਵੀ ਹਥਿਆ ਲਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਅਜੇ ਤੱਕ ਜਿੰਨਾ ਚਿਰ ਸਾਰਾ ਕੁਝ ਕਲੀਅਰ ਨਹੀਂ ਹੋਇਆ, ਇਸ ਗੱਲ ਦੀ ਵੀ ਇਹੀ ਸੰਭਾਵਨਾ ਲੱਗਦੀ ਹੈ ਕਿ ਉਹ ਇੱਕ ਇਸਲਾਮਿਕ ਮੁਲਕ ਹੈ। ਉਸ ਇਸਲਾਮਿਕ ਮੁਲਕ ਦੇ ਵਿੱਚ ਜਿਹੜੀ ਹਿੰਦੂ ਗਿਣਤੀ ਹੈ ਉਹ ਘੱਟ ਹੈ, ਸਿੱਖਾਂ ਦੀ ਗਿਣਤੀ ਉੱਥੇ ਥੋੜ੍ਹੀ ਬਹੁਤੀ ਹੈ ਉਹ ਵੀ ਬਹੁਤ ਘੱਟ, ਤੇ ਸਿੱਖਾਂ ਦੇ ਉੱਥੇ ਗੁਰਦੁਆਰੇ ਵੀ ਹਨ। ਇਹ ਸਮੇਂ-ਸਮੇਂ 'ਤੇ ਸਾਡੀਆਂ ਸਰਕਾਰਾਂ ਨੇ ਵੀ ਰਾਜਨੀਤਿਕ ਚਾਲਾਂ ਚੱਲੀਆਂ ਨੇ। ਜਿਵੇਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਸਾਡੀ ਸਰਕਾਰ ਨੇ ਇੱਕ ਨਿਯਮ ਲੈ ਕੇ ਆਂਦਾ ਕਿ ਇਹ ਜਿਹੜੇ ਇਸਲਾਮਿਕ ਦੇਸ਼ ਨੇ ਇਹਨਾਂ ਦੇ ਵਿੱਚ ਜਿਹੜਾ ਵੀ ਹਿੰਦੂ ਜਾਂ ਸਿੱਖ ਰਹਿੰਦਾ ਹੈ, ਜੇਕਰ ਉਹ ਸਾਡੀ ਨਾਗਰਿਕਤਾ ਮੰਗਦਾ ਹੈ ਅਸੀਂ ਉਹਨੂੰ ਤੁਰੰਤ ਦੇ ਦੇਣੀ ਹੈ। ਪਰ ਜੇ ਕੋਈ ਹੋਰ ਧਰਮ ਦਾ, ਇੱਥੇ ਹੋਰ ਧਰਮ ਤੋਂ ਭਾਵ ਸਿੱਧਾ ਇਸਲਾਮ ਹੈ, ਜੇ ਕੋਈ ਉਸ ਧਰਮ ਦਾ ਬੰਦਾ ਸਾਡੇ ਪਿਛਲੇ ਸਮੇਂ ਤੋਂ ਵੀ ਰਹਿੰਦਾ ਹੈ, ਅਜੇ ਤੱਕ ਉਹਨੂੰ ਨਾਗਰਿਕਤਾ ਨਹੀਂ ਮਿਲੀ, ਉਹਨੂੰ CAA ਦੇ ਅਧੀਨ ਬਾਹਰ ਕਰਨਾ ਮੁਲਕ ਤੋਂ। ਸੋ ਹੈ ਉਹ ਕੀ ਸੀ, ਹੈ ਉਹ ਵੀ ਸਾਰਾ ਕੁਛ ਇਹੀ ਹੈ। ਉਹ ਵੀ ਇੱਦਾਂ ਦੀ ਇੱਕ ਚਾਲ ਹੈ ਕਿ ਅਸੀਂ ਇੱਕ ਇਸ ਤਰ੍ਹਾਂ ਦਾ ਮਾਹੌਲ ਕਰੀਏ ਪੈਦਾ ਕਿ ਜਿਹਦੇ ਨਾਲ ਫਿਰਕਿਆਂ ਦੇ ਵਿੱਚ, ਧਰਮਾਂ ਦੇ ਵਿੱਚ ਆਪਸੀ ਲੜਾਈ, ਆਪਸੀ ਨਫ਼ਰਤ ਵੱਧ ਜਾਵੇ। ਉਸ ਵਧੀ ਹੋਈ ਨਫ਼ਰਤ ਚੋਂ ਇੱਕ ਫਿਰਕਾ ਆਪਣੇ ਆਪ ਕਿਸੇ ਇੱਕ ਰਾਜਨੀਤਿਕ ਸੰਗਠਨ ਦੀ ਮਦਦ ਤੇ ਆ ਜਾਵੇ। ਸਾਡੇ ਬਹੁ ਗਿਣਤੀ ਇੱਕ ਵਿਸ਼ੇਸ਼ ਫਿਰਕੇ ਦੀ ਹੈ। ਜਦੋਂ ਘੱਟ ਗਿਣਤੀ ਫਿਰਕੇ ਤੇ ਇੱਕ ਦਬਾਅ ਬਣਾਇਆ ਜਾਂਦਾ ਹੈ ਤੇ ਉਹ ਘੱਟ ਗਿਣਤੀ ਫਿਰਕੇ ਵਾਲੇ ਲੋਕ ਡਰ ਚੋਂ ਇੱਕ ਪਾਸੇ ਇਕੱਠੇ ਹੁੰਦੇ ਨੇ, ਦੂਜੇ ਆਟੋਮੈਟਿਕਲੀ ਦੂਜੇ ਪੋਲ ਤੇ ਇਕੱਠੇ ਹੋ ਜਾਂਦੇ ਨੇ। ਉਹਦਾ ਫਾਇਦਾ ਸਾਡੀਆਂ ਸਰਕਾਰਾਂ ਲੈਂਦੀਆਂ ਰਹੀਆਂ ਨੇ। ਮੌਜੂਦਾ ਸਰਕਾਰ ਬਹੁਤ ਵੱਡੀ ਮਾਤਰਾ 'ਚ ਇਹ ਫਾਇਦਾ ਲੈ ਰਹੀ ਹੈ। ਮੈਨੂੰ ਹਾਲ ਦੀ ਘੜੀ ਇਹੀ ਲੱਗਦਾ ਹੈ ਕਿ ਇਸ ਦੇ ਪਿੱਛੇ ਵੀ ਜਿਹੜੇ ਕੋਈ, ਕਿਉਂਕਿ ਅਫਗਾਨਿਸਤਾਨ ਵਿੱਚ ਵੀ ਸਰਕਾਰ ਹੈ ਜਿਹੜੀ ਉਹ ਕੋਈ ਸਥਿਰ ਸਰਕਾਰ ਨਹੀਂ ਹੈ। ਇਹਨਾਂ ਮੁਲਕਾਂ ਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਈਵਨ ਇਹਨਾਂ 'ਚ ਬੜੇ ਲੰਮੇ ਸਮੇਂ ਤੋਂ ਜਿਹੜੇ ਧਾਰਮਿਕ ਗਰੁੱਪ ਨੇ ਉਹਨਾਂ ਦੇ ਵਿੱਚ ਸੱਤਾ ਹਥਿਆਉਣ ਲਈ ਇੱਕ ਲੜਾਈ ਚੱਲ ਰਹੀ ਹੈ। ਉਹ ਲੜਾਈ ਨੂੰ
ਕਿਸੇ ਕਿਨਾਰੇ ਲਾਉਣ ਲਈ, ਆਪਣੇ ਹੱਕ 'ਚ ਮੋੜ ਦੇਣ ਲਈ ਵੱਖ-ਵੱਖ ਜਿਹੜੇ ਰਾਜਨੀਤਿਕ ਸੰਗਠਨ ਨੇ ਉਹ ਇਸ ਤਰ੍ਹਾਂ ਦੇ ਕਾਰੇ ਕਰਦੇ ਨੇ ਕਿ ਜਿਸ ਦੇ ਨਾਲ ਇਹ ਪੈਦਾ ਕੀਤਾ ਜਾਵੇ ਹਾਲਾਤ। ਕਿਉਂਕਿ ਮੁਸਲਿਮ ਧਰਮ ਦੇ ਵਿੱਚ ਆਪਾਂ ਜਾਣਦੇ ਹਾਂ ਜਿਹੜੇ ਉਹਨਾਂ ਦੇ ਸਿਧਾਂਤ ਨੇ, ਜਿਹੜੇ ਇਸਲਾਮ ਦੇ ਵਿੱਚ ਇਹ ਕਹਿੰਦੇ ਨੇ ਕਿ ਸਾਰੀ ਦੁਨੀਆ ਦੇ ਜਿਹੜੇ ਇਨਸਾਨ ਨੇ ਉਹਨਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਇੱਕ ਨੇ ਮੋਮਨ, ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ 'ਚ ਕਹਿ ਲਈਏ ਧਾਰਮਿਕ, ਇੱਕ ਨੇ ਕਾਫਰ ਜਿਹੜੇ ਨੌਨ ਧਾਰਮਿਕ। ਤੇ ਜਿਹੜੇ ਕਾਫਰ ਨੇ ਉਹਨਾਂ ਦੀ ਇਸਲਾਮ ਸਮਾਜ ਦੇ ਵਿੱਚ ਕੋਈ ਬੁੱਕਤ ਨਹੀਂ। ਤੇ ਦੂਜਾ ਉਹਨਾਂ ਨੇ ਡਿਫਾਈਨ ਇਹ ਕਰਤਾ ਇਸਲਾਮ ਧਰਮ ਨੇ ਕਿ ਜਿਹੜੇ ਤਾਂ ਅੱਲਾ ਨੂੰ ਮੰਨਦੇ ਨੇ ਉਹ ਮੋਮਨ ਨੇ, ਤੇ ਜਿਹੜੇ ਅੱਲਾ ਨੂੰ ਨਹੀਂ ਮੰਨਦੇ ਉਹ ਕਾਫਰ ਨੇ। ਹਾਲਾਂਕਿ ਸਾਰੇ ਕਿਤੇ ਇਹ ਪੋਜੀਸ਼ਨ ਨਹੀਂ ਹੈ। ਜਿਹੜੇ ਸਿਆਣੇ ਲੀਡਰ ਨੇ ਉਹ ਇਸ ਪਰਿਭਾਸ਼ਾ ਨੂੰ ਨਹੀਂ ਮੰਨਦੇ। ਉਹ ਇਸ ਗੱਲ ਨੂੰ ਮੰਨਦੇ ਨੇ ਕਿ ਜਿਹੜੇ ਲੋਕ ਹੋਰ ਧਰਮ ਨੂੰ ਮੰਨਦੇ ਨੇ ਉਹਨਾਂ ਦੀ ਆਪਣੀ ਆਜ਼ਾਦੀ ਹੈ। ਅੱਛਾ, ਇੰਟਰਨੈਸ਼ਨਲ ਪੱਧਰ ਤੇ ਵੀ ਇਹ ਗੱਲ ਸਾਬਤ ਹੋ ਗਈ। ਉਹ ਵੀ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਹਰ ਇੱਕ ਧਰਮ ਦੇ ਲੋਕਾਂ ਦੀ ਆਪਣੀ ਆਜ਼ਾਦੀ ਹੈ, ਉਹਨਾਂ ਨੂੰ ਤੁਸੀਂ ਜ਼ਬਰਦਸਤੀ ਕਿਸੇ ਹੋਰ ਧਰਮ 'ਚ ਕਨਵਰਟ ਨਹੀਂ ਕਰ ਸਕਦੇ। ਹੁਣ ਇਹਦੇ ਵਿੱਚ ਕੀ ਹੈ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਇਹਦੇ ਕੀ ਕਾਰਨ ਹੋ ਸਕਦੇ ਨੇ, ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਆਪਾਂ ਅੱਗੇ ਚੱਲਦੇ ਹਾਂ। ਸਾਡੇ ਮੁਲਕ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਜਿਹੜੀ ਪਾਰਟੀ ਹੈ, ਜਿਹਦੀ ਸਰਕਾਰ ਹੈ, ਉਹਨਾਂ ਦੇ ਸਰਕਾਰ ਦੇ ਬੁਲਾਰੇ ਨੇ ਤੇ ਪਾਰਟੀ ਦੇ ਬੁਲਾਰੇ ਨੇ, ਦੋਨਾਂ ਨੇ ਇੱਕ ਵਿਸ਼ੇਸ਼ ਧਰਮ ਦੇ ਪ੍ਰਤੀ ਅਭਦਰ ਸ਼ਬਦਾਵਲੀ ਬੋਲੀ, ਜਿਹੜੀ ਉਸ ਧਰਮ ਦੇ ਅਨੁਆਈ ਨੇ, ਜਿਹੜੇ ਉਸ ਧਰਮ ਦੇ ਜਿਹੜੇ ਪੈਰੋਕਾਰ ਨੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਐਕਸੈਪਟੇਬਲ ਨਹੀਂ, ਉਹ ਕਿਸੇ ਵੀ ਤਰ੍ਹਾਂ ਉਹ ਮੰਨਣ ਨੂੰ ਤਿਆਰ ਨਹੀਂ। ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਅਸੀਂ ਕਹਿੰਦੇ ਹਾਂ ਪ੍ਰੋਫਿਟ ਨੇ ਜਿਹੜੇ ਇਸਲਾਮ ਦੇ ਵਿੱਚ, ਉਹਨਾਂ ਦੇ ਸਤਿਕਾਰ 'ਚ ਜੋ ਕੁਛ ਸਾਰੇ ਧਰਮ ਬੋਲਦੇ ਨੇ ਉਸ ਤੋਂ ਪਾਸੇ ਹਟ ਕੇ ਉਹਨਾਂ ਦੇ ਲਈ ਅਪਮਾਨਜਨਕ ਸ਼ਬਦਾਵਲੀ ਬੋਲੀ ਗਈ। ਭਾਵੇਂ ਦਬਾਅ 'ਚ ਆਉਣ ਤੋਂ ਬਾਅਦ ਸਾਡੇ ਗੋਦੀ ਮੀਡੀਆ ਨੇ ਉਸ ਬਾਰੇ ਕੋਈ ਖਬਰ ਨਹੀਂ ਦਿੱਤੀ। ਇੰਟਰਨੈਸ਼ਨਲ ਮੀਡੀਆ 'ਚ ਜਦੋਂ ਉਸ ਦਾ ਚਰਚਾ ਆਇਆ ਤਾਂ ਉਸ ਚਰਚਾ ਦੇ ਵਿੱਚ ਦਬਾਅ 'ਚ ਆ ਕੇ ਬੀਜੇਪੀ ਪਾਰਟੀ ਨੇ ਉਸ ਨੂੰ ਆਪਣੇ ਜਿਹੜੇ ਦੋਨੇ ਪ੍ਰਵਕਤਾ ਸੀ ਜਾਂ ਜਿਹੜੇ ਲੀਡਰ ਸੀ, ਮੈਂ ਕਹਾਂ ਉਹਨਾਂ ਨੂੰ ਇੱਕ ਬਹਾਨਾ ਦਿੱਤਾ ਗਿਆ ਕਿ ਇਹ ਸਾਡੇ ਫਰਿੰਜ 'ਚੋਂ ਨੇ। ਫਰਿੰਜ ਜਿਹੜਾ ਸ਼ਬਦ ਹੈ ਅੰਗਰੇਜ਼ੀ ਦਾ ਹੈ, ਫਰਿੰਜ ਦਾ ਮਤਲਬ ਹੁੰਦਾ ਹੈ ਜਿਹੜਾ ਆਊਟਰ ਲਾਈਨ ਹੈ, ਮਤਲਬ ਸਾਡੇ ਕੋਰ ਪਾਰਟੀ 'ਚੋਂ ਬੰਦੇ ਨਹੀਂ ਹੈਗੇ। ਇਹ ਪੈਰੀਫੇਰੀ ਕਹਿ ਦਿੰਦੇ ਆ ਵੀ ਜਿਹੜਾ ਆਲੇ ਦੁਆਲੇ ਵਾਲੇ ਜਿਹੜੇ, ਮਤਲਬ ਪੰਜਾਬੀ 'ਚ ਜਿਹਨੂੰ ਕਹੀਏ ਵੀ ਇਹ ਸਾਡੇ ਛੋਟੇ ਲੀਡਰ ਨੇ, ਇਹ ਛੁਟਕੂ ਲੀਡਰਾਂ ਨੇ ਇੱਦਾਂ ਦੀ ਗੱਲ ਕਰਤੀ। ਪਰ ਜੇ ਇਹਨੂੰ ਮੰਨੀਏ ਵੀ ਛੋਟੇ ਲੀਡਰ ਉਹ ਕਿਵੇਂ ਹੋਏ, ਦੇਖੋ ਉਹ ਲੀਡਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਚੁੱਕੀ ਬੀਬੀ, ਉਹ ਠੀਕ ਹੈ ਕਿ ਨਹੀਂ? ਬਿਲਕੁਲ। ਬੀਜੇਪੀ ਦੀ ਸਰਕਾਰ ਤੋਂ ਪਹਿਲਾਂ ਇਹ ਯੰਗ ਬ੍ਰਿਗੇਡ ਦੀ ਨੇਤਾ ਰਹੀ, ਵਿਦਿਆਰਥੀ ਯੂਨੀਅਨ ਦੀ ਵੱਡੀ ਨੇਤਾ ਬਣੀ, ਵਿਦਿਆਰਥੀ ਯੂਨੀਅਨ ਦੇ ਵਿੱਚ ਇੱਕ ਯੂਨੀਵਰਸਿਟੀ ਦੀ ਨੇਤਾ ਇਲੈਕਟਡ ਬਣੀ ਉਹ। ਹੁਣ ਜੇ ਉਹਨੂੰ ਕਹੀਏ ਕਿ ਉਹ ਛੋਟੀ ਨੇਤਾ ਹੈ, ਇਹ ਗੱਲ ਕਿਤੇ ਹਜਮ ਨਹੀਂ ਹੋ ਰਹੀ। ਪਰੰਤੂ ਉਹਨਾਂ ਨੂੰ ਸਿੱਧੇ ਸਸਪੈਂਡ ਭਾਵੇਂ ਕਰਤਾ, ਪਰ ਉਹ ਸਿੱਧੀ ਇਸ ਗੱਲ ਦੀ ਨਿੰਦਾ ਕਿਤੇ ਨਹੀਂ ਕੀਤੀ ਕਿ ਇਹ ਗੱਲ ਮਾੜੀ ਕੀਤੀ ਇਹਨਾਂ ਨੇ। ਦੂਸਰਾ, ਬੀਜੇਪੀ ਦੇ ਕਈ ਸਾਰੇ ਨੇਤਾਵਾਂ ਨੇ ਜਾਂ ਆਰਐਸਐਸ ਦੇ ਨੇਤਾਵਾਂ ਨੇ ਉਹਨਾਂ ਨੂੰ ਸਸਪੈਂਡ ਕਰਨ ਦੀ ਵੀ ਆਲੋਚਨਾ ਕੀਤੀ ਕਿ ਇਹਨਾਂ ਨੂੰ ਸਸਪੈਂਡ ਗਲਤ ਕੀਤਾ। ਇਹਦਾ ਮਤਲਬ ਇਹ ਹੋਇਆ ਕਿ ਬੀਜੇਪੀ ਦੇ ਅੰਦਰ ਬਹੁਤ ਸਾਰੇ ਲੋਕ ਉਹਨਾਂ ਦਾ ਸਮਰਥਨ ਕਰ ਰਹੇ ਨੇ, ਜਾਂ ਜੋ ਕੁਛ ਉਹ ਕਹਿ ਰਹੇ ਨੇ ਉਹਦਾ ਸਮਰਥਨ ਕਰ ਰਹੇ ਨੇ। ਸੋ ਇਸ ਦੀ ਰਿਟੈਲੀਏਸ਼ਨ, ਇਸ ਦੇ ਦਬਾਅ ਦੇ ਵਿੱਚ ਕਿਤੇ ਨਾ ਕਿਤੇ ਇਹ ਕਾਰਵਾਈ ਹੋਣੀ ਸੀ, ਕਿਉਂਕਿ ਇਸਲਾਮਿਕ ਦੇਸ਼ਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਪਹਿਲਾਂ ਵੀ ਦਬਾਅ ਬਣਾਇਆ ਹੋਇਆ। ਔਰ ਉਸ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਿਹੜੇ ਕੱਟੜ ਧਾਰਮਿਕ ਨੇਤਾ ਨੇ ਉਹ ਇਸ ਸਮੇਂ ਦੀ ਉਡੀਕ ਵਿੱਚ ਹੁੰਦੇ ਨੇ ਕਿ ਇੱਦਾਂ ਦਾ ਮੌਕਾ ਆਵੇ, ਅਸੀਂ ਫਟਾਫਟ ਆਪਦਾ ਸਿਆਸੀ ਰੋਟੀਆਂ ਜਿਹੜੀਆਂ ਉਹ ਗਰਮ ਕਰੀਏ ਤੇ ਇਸ ਦਾ ਲਾਭ ਲਈਏ। ਇਹਦੇ ਵਿੱਚੋਂ ਮੈਨੂੰ ਇਹ ਲੱਗਦਾ ਵੀ ਇਹਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਜਿਹੜੀਆਂ ਵੀ ਮਿਲੀਟੈਂਟ ਆਊਟਫਿਟਸ ਅਫਗਾਨਿਸਤਾਨ 'ਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਲੱਗਿਆ ਹੋਵੇ ਕਿ ਜੇਕਰ ਅਸੀਂ ਗੁਰਦੁਆਰੇ ਤੇ ਇੱਕ ਹਮਲਾ ਕਰਾਂਗੇ ਤਾਂ ਜਿਹੜੀਆਂ ਇਸਲਾਮਿਕ ਗਿਣਤੀ ਬਹੁ ਗਿਣਤੀ ਹੈ
ਜਾਂ ਇਸਲਾਮਿਕ ਲੋਕ ਨੇ ਜਿਹੜੇ ਉਹ ਸਾਡੇ ਸਮਰਥਨ ਚ ਆਉਣਗੇ ਕਿ ਵਾਕਈ ਇਹ ਠੀਕ ਕੀਤਾ। ਜਿਵੇਂ ਆਪਾਂ ਕਹਿੰਦੇ ਨਾ ਕਿ ਬਦਲੇ ਦੀ ਕਾਰਵਾਈ ਕੁਛ ਨਾ ਕੁਛ ਤਾਂ ਹੁੰਦਾ ਹੈ ਨਾ, ਰਿਟੈਲੀਏਸ਼ਨ ਜਿਹਨੂੰ ਕਹਿ ਰਿਹਾ, ਉਹ ਇਹ ਰਿਟੈਲੀਏਸ਼ਨ ਹੋ ਸਕਦੀ ਹੈ। ਇਹ ਕੋਈ ਨਵੀਂ ਘਟਨਾ ਨਹੀਂ ਹੈ ਕਿ ਵੀ ਰਿਟੈਲੀਏਸ਼ਨ ਇੱਦਾਂ ਨਹੀਂ ਹੁੰਦੀ। ਤੁਹਾਡੇ ਸਾਹਮਣੇ ਸਿੱਖ ਬਾਡੀਗਾਰਡ ਜਿਹੜੇ ਸੀਗੇ, ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਸਿੱਖ ਹੋਣ ਕਰਕੇ ਇਹ ਕਾਰਵਾਈ ਕੀਤੀ ਜਾਂ ਕੋਈ ਹੋਰ ਰੋਸ ਸੀ ਜਾਂ ਕਿਸੇ ਵੱਡੀ ਏਜੰਸੀ ਦਾ ਹੱਥ ਸੀ, ਇਹ ਅਜੇ ਤੱਕ ਕਦੇ ਕੋਈ ਸਾਹਮਣੇ ਨਹੀਂ ਆਇਆ। ਪਰੰਤੂ ਸਿੱਖ ਬਾਡੀਗਾਰਡਸ ਨੇ ਇੰਦਰਾ ਗਾਂਧੀ ਦਾ ਮਰਡਰ ਕਰਤਾ, ਕਤਲ ਹੋ ਗਿਆ। ਤੇ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਸਾਰੇ ਸਿੱਖਾਂ ਨਾਲ ਕੀ ਵਾਪਰਿਆ, ਉਹ ਰਿਟੈਲੀਏਸ਼ਨ ਹੁੰਦੀ ਹੈ ਨਾ। ਇਹਦਾ ਮਤਲਬ ਕੀ ਹੋਇਆ ਕਿ ਉਹ ਇੱਕ ਫਿਰਕੇ ਦੀ ਹਮਦਰਦੀ ਉਧਰ ਝੁਕ ਗਈ। ਸੋ ਇਹ ਇੱਦਾਂ ਦੀਆਂ ਘਟਨਾਵਾਂ ਨਾਲ ਬਹੁਤ ਵਾਰੀ ਸਿਆਸੀ ਤੌਰ ਤੇ ਬਹੁਤ ਵੱਡੇ ਫਾਇਦੇ ਨੁਕਸਾਨ ਹੁੰਦੇ ਨੇ। ਜਿਵੇਂ ਇਹਦਾ ਫਾਇਦਾ ਨੁਕਸਾਨ ਅਫਗਾਨਿਸਤਾਨ ਦੀ ਉਸ ਆਊਟਫਿਟ ਨੇ ਜਿਹਨੇ ਇਹ ਐਕਸ਼ਨ ਕੀਤਾ ਹੈ, ਜਾਂ ਜਿਹੜੀ ਏਜੰਸੀ ਨੇ ਇਹ, ਜੇ ਆਪਾਂ ਦੋਸ਼ ਲਾਈਏ, ਹਾਲਾਂਕਿ ਮੇਰੇ ਕੋਲ ਕੋਈ ਸਬੂਤ ਨਹੀਂ, ਮੰਨ ਲਓ ਇਹਨੂੰ ਦੂਜਾ ਆਪਾਂ ਇਹ ਪੱਖ ਮੰਨ ਲਈਏ ਵੀ ਇਹ ਜਾਣਬੁੱਝ ਕੇ ਕਿਸੇ ਏਜੰਸੀ ਤੋਂ ਕਰਵਾਇਆ ਗਿਆ ਹੈ। ਜੇ ਇਹ ਕਿਸੇ ਏਜੰਸੀ ਤੋਂ ਕਰਵਾਇਆ ਗਿਆ ਹੈ ਤਦ ਵੀ ਇਹ ਕੈਲਕੂਲੇਸ਼ਨਾਂ ਹੋਣਗੀਆਂ ਕਿ ਹੁਣ ਇਹ ਘਟਨਾ ਤਾਂ ਹੋ ਗਈ, ਇਹਦੀ ਰਿਟੈਲੀਏਸ਼ਨ 'ਚ ਕੀ ਹੋਏਗਾ। ਇਹਦੀ ਰਿਟੈਲੀਏਸ਼ਨ 'ਚ, ਇਹਦੇ ਵਿਰੋਧ 'ਚ ਜਿੱਥੇ ਕਿਤੇ ਸਿੱਖ ਬਹੁ ਗਿਣਤੀ ਹੈ ਉਹ ਵੀ ਮੁਜ਼ਾਹਰੇ ਵੀ ਕਰਨਗੇ, ਪ੍ਰੋਟੈਸਟ ਵੀ ਕਰਨਗੇ, ਰੋਸ ਵੀ ਦਿਖਾਉਣਗੇ। ਤੇ ਸਾਡੇ ਸਭ ਤੋਂ ਪਹਿਲਾਂ, ਅਜੇ ਸਾਡੇ ਅਕਾਲੀ ਦਲ ਵਾਲੇ ਅਜੇ ਬਹੁਤਾ ਨਹੀਂ ਸੀ ਬੋਲੇ, ਸਭ ਤੋਂ ਪਹਿਲਾਂ ਸਾਡੇ ਇੱਕ ਨੇਤਾ ਜਿਹੜੇ ਬੀਜੇਪੀ 'ਚ ਚਲੇ ਗਏ ਅਕਾਲੀ ਦਲ ਛੱਡ ਕੇ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੀ ਦਿੱਲੀ ਦੇ, ਉਹਨਾਂ ਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ, ਨਿੰਦਾ ਕੀਤੀ। ਭਾਵੇਂ ਉਹ ਨਿੰਦਾ ਹੋਰ ਬਹੁਤ ਸਾਰੇ ਲੋਕਾਂ ਨੇ ਕੀਤੀ, ਪਰੰਤੂ ਕਿਸੇ ਇੱਕ ਪਾਰਟੀ ਜਦੋਂ ਐਦਾਂ ਨਿੰਦਾ ਕਰਦੀ ਹੈ, ਮੈਂ ਇਹਨੂੰ ਐਦਾਂ ਸਮਝਦਾ ਕਿ ਇਹ ਪਾਰਟੀਆਂ ਵੀ ਇਹੀ ਕੰਮ ਕਰਦੀਆਂ ਨੇ ਕਿ ਇਹਦਾ ਫਾਇਦਾ ਇੱਥੇ ਸਿਆਸੀ ਤੌਰ ਤੇ ਕੀ ਲਿਆ ਜਾ ਸਕਦਾ ਹੈ। ਮੈਨੂੰ ਨਹੀਂ ਪਤਾ ਉਹਨੇ ਕੀ ਸੋਚ ਕੇ ਕੀਤਾ, ਪਰੰਤੂ ਵਿਸ਼ਲੇਸ਼ਕ ਦੇ ਤੌਰ ਤੇ ਵਿਸ਼ਲੇਸ਼ਣ ਜਦੋਂ ਆਪਾਂ ਕਰਦੇ ਹਾਂ, ਆਪਾਂ ਜ਼ਰੂਰ ਸੋਚਦੇ ਹਾਂ ਕਿ ਇਸ ਦੇ ਕੀ ਅਰਥ ਨਿਕਲਣਗੇ। ਸੋ ਇਸ ਕਿਸਮ ਨਾਲ ਇਹ ਲੱਗ ਰਿਹਾ ਕਿ ਜਿੱਥੇ ਧਾਰਮਿਕ ਕੱਟੜਤਾ ਦਾ ਫਾਇਦਾ ਉਸ ਮੁਲਕ ਦੇ ਜਿਹੜੇ ਵਸਿੰਦੇ ਨੇ, ਮਿਲੀਟੈਂਟ ਆਊਟਫਿਟਸ ਦੇ ਵਿੱਚ ਕੰਮ ਕਰਦੇ ਨੇ, ਉਹ ਫਾਇਦਾ ਲੈਣਗੇ, ਉੱਥੇ ਇਸ ਘਟਨਾ ਦਾ ਫਾਇਦਾ ਲੈਣ ਲਈ ਇੱਥੇ ਵੀ ਸਾਡੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਇਸ ਗੱਲ ਨੂੰ ਪ੍ਰਚਾਰਿਆ ਜਾਏਗਾ ਤਾਂ ਕਿ ਸਿੱਖਾਂ ਦੀ ਹਮਦਰਦੀ ਕਿਸੇ ਇੱਕ ਵਿਸ਼ੇਸ਼ ਪਾਰਟੀ ਲਈ, ਵਿਸ਼ੇਸ਼ ਫਿਰਕੇ ਲਈ, ਵਿਸ਼ੇਸ਼ ਆਰਗੇਨਾਈਜੇਸ਼ਨ ਲਈ ਪ੍ਰਾਪਤ ਕੀਤੀ ਜਾਵੇ। ਉਹਦੇ ਵਿੱਚੋਂ ਅਕਾਲੀ ਦਲ ਵੀ ਜ਼ੋਰ ਲਗਾਏਗਾ, ਸਿਮਰਜੀਤ ਸਿੰਘ ਮਾਨ ਵੀ ਜ਼ਰੂਰ ਕਹਿਣਗੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤਾਂ ਕਹੀ ਦਿੱਤਾ ਹੈ, ਉਹ ਵੀ ਇਹਦੀ ਨਿੰਦਾ ਕਰਨਗੇ। ਤੇ ਜਿਹੜੇ ਕੋਈ ਸਿੱਖ ਨੇਤਾ ਬੀਜੇਪੀ ਦੇ ਵਿੱਚ ਕੰਮ ਕਰਦੇ ਨੇ ਉਹ ਵੀ ਇੱਥੇ ਸਿੱਖਾਂ ਦੇ ਹਮਦਰਦ ਬਣ ਕੇ ਇਹ ਗੱਲ ਕਰਨਗੇ। ਪਰੰਤੂ ਇਹ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਜੇਕਰ ਸਰਕਾਰ ਨੇ ਘੱਟ ਗਿਣਤੀਆਂ ਦਾ ਸਾਥ ਦੇਣਾ ਹੈ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇੱਥੇ ਵੀ ਇੱਕ ਉਹ ਇਸ ਤਰ੍ਹਾਂ ਦਾ ਸਿਗਨਲ ਦੇਵੇ ਕਿ ਅਸੀਂ ਘੱਟ ਗਿਣਤੀਆਂ ਦੀ ਸਪੋਰਟ ਕਰ ਰਹੇ ਹਾਂ। ਇਹੀ ਘੱਟ ਗਿਣਤੀ ਜਿਹਨੂੰ ਤੁਸੀਂ ਸਿੱਖ ਕਹਿ ਰਹੇ ਹੋ, ਉਹ ਰਾਮ ਰਹੀਮ ਦੀ ਪੈਰੋਲ ਦੇ ਬਿਲਕੁਲ ਵਿਰੋਧ 'ਚ ਕਹਿ ਰਹੇ ਨੇ। ਪਰੰਤੂ ਸਰਕਾਰ ਨੇ ਜੋ ਮੀਡੀਆ ਦੱਸ ਰਿਹਾ ਹੈ, ਸਾਰੇ ਨਿਯਮ ਸਿੱਕੇ ਟੰਗ ਕੇ ਕਿ ਇੱਕ ਕਿਸੇ ਕ੍ਰਿਮੀਨਲ ਨੂੰ, ਸਜ਼ਾ ਯਾਫਤਾ ਜਿਹੜਾ ਵਿਅਕਤੀ ਹੈ, ਉਹਨੂੰ ਪੈਰੋਲ ਸਾਲ 'ਚ ਇੱਕ ਵਾਰ ਮਿਲ ਸਕਦੀ ਹੈ, ਪਰ ਇਹ ਸੱਜਣ ਨੂੰ, ਰਾਮ ਰਹੀਮ ਜੀ ਨੂੰ ਕਹਿੰਦੇ ਹਾਂ ਅਸੀਂ, ਇਹਨੂੰ ਇੱਕ ਸਾਲ 'ਚ ਤੀਜੀ ਵਾਰ ਪੈਰੋਲ ਮਿਲ ਰਹੀ ਹੈ। ਬਿਲਕੁਲ ਜੀ। ਤੇ ਇਹ ਬਿਲਕੁਲ ਹੀ ਇੱਦਾਂ ਦਾ ਪਹਿਲਾਂ ਕੋਈ ਪ੍ਰੈਸੀਡੈਂਟ ਨਹੀਂ ਹੈ, ਪਹਿਲਾਂ ਕੋਈ ਪ੍ਰਥਾ ਨਹੀਂ ਹੈ। ਇਹ ਪ੍ਰਥਾ ਨੂੰ ਤੋੜ ਕੇ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਵੀ ਇਹਨੂੰ ਸਾਫ਼ ਕਰਨ ਕਿ ਇਹ ਕਿਹੜੇ ਹਾਲਾਤ ਨੇ ਜਿਹੜੇ ਹਾਲਾਤਾਂ ਕਰਕੇ ਇਸ ਨੂੰ ਤੀਜੀ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਚੰਗਾ ਹੁੰਦਾ ਕਿ ਇਸ ਗੱਲ ਨੂੰ ਵੀ ਸਰਸਾ ਜੀ ਸਾਹਮਣੇ ਰੱਖਦੇ ਲੋਕਾਂ ਦੇ, ਕਿਉਂਕਿ ਇਹ ਵੀ ਕਮਿਊਨਿਟੀ ਨਾਲ ਸੰਬੰਧ ਹੈ। ਪਰੰਤੂ ਮੈਂ ਫੇਰ ਕਹਿਣਾ ਕਿ ਜਿਹੜੇ ਸਾਡੇ ਨੇਤਾ ਨੇ, ਰਾਜਨੀਤਿਕ ਨੇਤਾ ਨੇ, ਉਹ ਸਿਰਫ ਤੇ ਸਿਰਫ ਉਹ ਇੱਕ ਘਟਨਾ ਨੂੰ ਉਠਾ ਕੇ ਆਪਦੇ ਹੱਕ 'ਚ ਪੇਸ਼ ਕਰਨ ਲਈ ਵਰਤਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਇਸ ਦੇ ਪ੍ਰਭਾਵ ਇਸ ਤਰ੍ਹਾਂ ਜ਼ਰੂਰ ਪੈਣਗੇ ਇੱਥੇ। ਜਿਹੜੀ ਸਿੱਖ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਦੇ ਧਾਰਮਿਕ ਅਕੀਦੇ ਤੇ ਜਦੋਂ ਕੋਈ ਹਮਲਾ ਹੁੰਦਾ ਹੈ, ਉਹਨਾਂ ਨੂੰ ਇਸ ਗੱਲ ਦੀ ਤਕਲੀਫ ਤਾਂ ਹੋਊਗੀ ਜ਼ਰੂਰ। ਬਾਕੀ ਇਹ ਵੀ ਹੋ ਸਕਦਾ ਹੈ
ਕਿ ਜਿਹੜੀਆਂ ਉੱਥੋਂ ਦੀਆਂ ਇਸ ਤਰ੍ਹਾਂ ਦੀਆਂ ਆਊਟਫਿਟਸ ਨੇ ਉਹਨਾਂ ਦੀ ਵੀ ਇਹ ਕੋਈ ਚਾਲ ਹੋਵੇ। ਕਈ ਵਾਰੀ ਉਹ ਬਹੁਤ ਸਾਰਾ ਇੰਟਰਨੈਸ਼ਨਲ ਲੈਵਲ ਤੇ ਵੀ ਕਈ ਫਾਇਦੇ ਲੈਣਾ ਚਾਹੁੰਦੇ ਹੁੰਦੇ ਨੇ, ਉੱਥੇ ਵੀ ਮੈਨੀਪੂਲੇਸ਼ਨ ਹੋ ਸਕਦੀ ਹੈ। ਅਸਲ ਗੱਲ ਜਿਹੜੀ ਹੈ ਉਹ ਜਾਂਚ ਤੋਂ ਬਾਅਦ ਬਾਹਰ ਆ ਸਕਦੀ ਹੈ। ਹਾਲੇ ਤੱਕ ਕੋਈ ਬਹੁਤ ਜ਼ਿਆਦਾ ਅੱਛੇ ਬਿਆਨ ਉੱਥੋਂ ਦੀ ਸਰਕਾਰ ਦੇ ਵੀ ਨਹੀਂ ਸੁਣੇ ਗਏ ਕਿ ਇਸ ਕੇਸ 'ਚ ਉਹ ਕੀ ਜਿਹੜਾ ਵਿਊ ਹੈ, ਕੀ ਪੱਖ ਰੱਖਦੀ ਹੈ। ਇਹਦੀ ਜਾਂਚ ਕਰਾਏਗੀ ਸਰਕਾਰ। ਜਿਵੇਂ ਆਪਣੀ ਸਰਕਾਰ ਤੁਰੰਤ ਕਹਿੰਦੀ ਨਾ ਦੋਸ਼ੀ ਫੜ ਲਏ ਜਾਣਗੇ, ਹਾਲੇ ਤੱਕ ਮੈਂ ਟੀਵੀ ਤੇ ਜਿੰਨਾ ਕੁਝ ਦੇਖਿਆ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਸਰਕਾਰ ਦੇ ਜਿਹੜੇ ਬੁਲਾਰੇ ਨੇ ਉਹਨਾਂ ਵੱਲੋਂ, ਅਫਗਾਨਿਸਤਾਨ ਦੇ ਮੇਰਾ ਮਤਲਬ, ਉਹਨਾਂ ਵੱਲੋਂ ਵੀ ਕੋਈ ਐਦਾਂ ਦੇ ਆਥੈਂਟਿਕ ਬਿਆਨ ਨਹੀਂ ਆਏ ਜਿਨ੍ਹਾਂ ਨੂੰ ਆਪਾਂ ਇੰਟਰਪ੍ਰੀਟ ਕਰ ਸਕੀਏ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਘਟਨਾ ਹੈ ਇਹਦਾ ਮੁੱਖ ਕਾਰਨ ਜਿਹੜਾ ਮੈਨੂੰ ਇਹ ਲੱਗਦਾ ਹੈ, ਇਹ ਬਾਅਦ 'ਚ ਪਤਾ ਲੱਗੂਗਾ ਵੀ ਕਿਹਨੇ ਕੀਤਾ, ਕਿਉਂ ਕੀਤਾ, ਪਰ ਇਹਦਾ ਮੁੱਖ ਕਾਰਨ ਵੀ ਪ੍ਰਭਾਵ ਵੀ ਇਹੀ ਹੋਏਗਾ ਕਿ ਧਾਰਮਿਕ ਕੱਟੜਤਾ ਨੂੰ ਫੈਲਾ ਕੇ ਦੋ ਫਿਰਕਿਆਂ ਵਿੱਚ ਨਫ਼ਰਤ ਵਧਾ ਕੇ ਉਹਦੇ ਵਿੱਚੋਂ ਕੋਈ ਫਾਇਦਾ ਲਿਆ ਜਾਵੇ ਰਾਜਨੀਤਿਕ ਤੌਰ ਤੇ। ਮੈਨੂੰ ਇਸ 'ਚ ਇਹ ਲੱਗਦਾ ਹੈ। ਔਰ ਇਸ ਦਾ ਰਾਜਨੀਤਿਕ ਫਾਇਦਾ ਲੈਣ ਲਈ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਤਤਪਰ ਨੇ, ਤੇ ਜਿਹੜੀਆਂ ਅਫਗਾਨਿਸਤਾਨ ਦੀਆਂ ਰਾਜਨੀਤਿਕ ਆਊਟਫਿਟਸ ਹੋਣਗੀਆਂ ਮੇਰਾ ਖਿਆਲ ਉਹ ਵੀ ਤਤਪਰ ਨੇ। ਮੈਨੂੰ ਮੋਟੇ ਰੂਪ 'ਚ ਇੰਨੀ ਕੀ ਸਮਝ ਆਉਂਦੀ ਹੈ ਹਾਲ ਦੀ ਘੜੀ। ਬਾਕੀ ਜੋ ਅਥੈਂਟਿਕ ਇਨਫੋਰਮੇਸ਼ਨ ਹੋਊਗੀ ਹਾਂ ਉਹਦੇ ਬੇਸ ਤੇ ਕੋਈ ਹੋਰ ਅੱਗੇ ਵਧਿਆ ਜਾ ਸਕਦਾ ਹੈ। ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦਾ। ਧੰਨਵਾਦ ਜੀ। ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਮਾਮਲਾ ਸਮਝਿਆ ਕਿ ਅਫਗਾਨਿਸਤਾਨ ਦੇ ਵਿੱਚ ਜੋ ਕੁਛ ਘਟਨਾ ਵਾਪਰੀ, ਹਾਲਾਂਕਿ ਹਜੇ ਠੋਸ ਕਾਰਵਾਈ, ਠੋਸ ਕੋਈ ਗੱਲਾਂ ਬਾਹਰ ਨਿਕਲ ਕੇ ਨਹੀਂ ਆ ਪਾ ਰਹੀਆਂ। ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਮਾਮਲੇ ਦੇ ਉੱਤੇ। ਉਦੋਂ ਤੱਕ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।